Hello everyone, welcome you all in your own channel Learn Everything। सो ਅਸੀਂ ਕਰ ਰਹੇ ਸੀ ਲਿਮਿਟ ਦੇ ਵਿੱਚ ਆਪਾਂ ਨੈਕਸਟ ਦੇਖਾਂਗੇ ਫੰਡਾਮੈਂਟਲ ਥਿਊਰਮਸ ਔਨ ਲਿਮਿਟ। ਬਹੁਤ ਈਜ਼ੀ ਹੈਗਾ। ਲੈਟ ਐਫ ਐਕਸ ਐਂਡ ਜੀ ਐਕਸ ਦੋ ਫੰਕਸ਼ਨ ਹੈਗੇ ਨੇ ਐਕਸ ਦੇ, ਸੱਚ ਦੈਟ ਇਹਦੀ ਵੀ ਲਿਮਿਟ ਐਕਸ ਟੈਂਡ ਟੂ ਏ ਕਰ ਰਹੀ ਹੈ, ਦੂਸਰੇ ਫੰਕਸ਼ਨ ਦੀ ਵੀ ਲਿਮਿਟ ਐਕਸ ਟੈਂਡ ਟੂ ਕਰ ਰਹੀ ਹੈ, ਤੇ ਦੋਨੇ ਐਗਜ਼ਿਸਟ ਕਰ ਰਹੇ ਨੇ। ਕੀ ਹੋਏਗਾ ਸਿੰਪਲ ਉੱਥੇ, ਜੇ ਅਸੀਂ ਉਹ ਦੋਨੇ ਫੰਕਸ਼ਨਸ ਨੂੰ ਪਲੱਸ ਕਰਾਂਗੇ ਜਾਂ ਮਾਈਨਸ ਕਰਾਂਗੇ ਸੇਮ ਲਿਮਿਟ 'ਤੇ, ਤਾਂ ਉਹ ਇਕੱਲੇ ਇਕੱਲੇ ਦੀ ਲਿਮਿਟ ਹੋ ਜਾਏਗੀ, ਵਿੱਚ ਪਲੱਸ ਮਾਈਨਸ ਐਜ਼ ਇਟ ਇਜ਼ ਆ ਜਾਏਗਾ। ਜੇ ਵਿੱਚ ਪਲੱਸ ਹੋਏਗਾ ਤਾਂ ਪਲੱਸ ਆਏਗਾ, ਮਾਈਨਸ ਹੈ ਅਤੇ ਮਾਈਨਸ। ਇਹਦੇ ਜੇ ਮਲਟੀਪਲਾਈ ਕਰੋਗੇ ਤਾਂ ਉਹ ਕੇ ਬਾਹਰ ਆ ਜਾਏਗਾ, ਬਾਕੀ ਇਹਦੀ ਲਿਮਿਟ ਅਸੀਂ ਐਜ਼ ਇਟ ਇਜ਼ ਸੋਲਵ ਕਰਾਂਗੇ। ਠੀਕ ਹੈ, ਨੈਕਸਟ ਦੇਖੋ, ਜੇ ਦੋਨੇ ਫੰਕਸ਼ਨਸ ਅੰਦਰ ਮਲਟੀਪਲਾਈਜ਼ ਹੈਗੇ ਨੇ ਤਾਂ ਵੀ ਇਹਦੇ ਉਸਦਾ ਪਹਿਲੇ ਦੀ ਲਿਮਿਟ ਦੂਸਰੇ ਦੀ ਲਿਮਿਟ ਤੁਸੀਂ ਅਲੱਗ-ਅਲੱਗ ਮਤਲਬ ਅਲੱਗ-ਅਲੱਗ ਫੰਕਸ਼ਨ ਨੂੰ ਸੋਲਵ ਕਰਕੇ ਉਸ ਲਿਮਿਟ ਤੋਂ ਉਹਨਾਂ ਨੂੰ ਮਲਟੀਪਲਾਈ ਵੀ ਕਰ ਸਕਦੇ ਨੇ। ਪ੍ਰੋਡਕਟ ਰੂਲ ਕਹਿੰਦੇ ਆ। ਇਹਦੀ ਜੇ ਉਹ ਡਿਵਾਈਡ 'ਚ ਹੈਗੇ ਨੇ ਦੈਨ ਉੱਪਰ ਵਾਲੇ ਦੀ ਲਿਮਿਟ ਅਲੱਗ ਕਰ ਦਿਓ, ਨੀਚੇ ਵਾਲੇ ਦੀ ਅਲੱਗ ਕਰ ਦਿਓ। ਕੰਡੀਸ਼ਨ ਹੈ ਨੀਚੇ ਵਾਲੇ ਦੀ ਜਿਹੜੀ ਲਿਮਿਟ ਆਪਾਂ ਜੀ ਐਕਸ ਕਰਦੇ ਹਾਂ ਉਹ ਸੋਲਵ ਕਰਕੇ ਇਕੁਅਲ ਟੂ 0 ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਇਨਫਿਨਿਟੀ ਬਣ ਜਾਏਗਾ, ਹੈ ਨਾ। ਸੋ ਸਿੰਪਲ ਸੀਗਾ। ਜੇ ਮਲਟੀਪਲਾਈ ਹੈ ਤੇ ਇਕੱਲੇ ਨੂੰ ਮਲਟੀਪਲਾਈ 'ਚ ਕਰ ਦਿਓ, ਜੇ ਡਿਵਾਈਡ 'ਚ ਹੈਗਾ ਤਾਂ ਇਕੱਲੇ ਨੂੰ ਡਿਵਾਈਡ 'ਚ ਕਰ ਦਿਓ। ਇੱਕ ਇਹ ਬਹੁਤ ਇੰਪੋਰਟੈਂਟ ਹੈ, ਜੇ ਪਾਵਰ ਹੈਗੀ ਹੈ ਲਿਮਿਟ ਐਕਸ ਟੈਂਡ ਟੂ ਐਫ ਐਕਸ ਪਾਵਰ ਜੀ ਐਕਸ ਫੰਕਸ਼ਨ ਉੱਪਰ ਚਲਾ ਗਿਆ ਤਾਂ ਕੀ ਹੋਏਗਾ, ਇਹਦੀ ਲਿਮਿਟ ਤੇ ਉੱਪਰ ਵੀ ਜਿਹੜਾ ਫੰਕਸ਼ਨ ਆ ਉਹਦੀ ਲਿਮਿਟ ਅਲੱਗ ਤੋਂ ਹੋ ਜਾਏਗੀ। ਤੇ ਉਹਨੂੰ ਆਪਾਂ ਕਿੱਦਾਂ ਲਿਖ ਸਕਦੇ, ਲਿਮਿਟ ਈ ਐਕਸਪੋਨੈਂਸ਼ੀਅਲ ਐਕਸ ਟੈਂਡਸ ਟੂ ਏ ਵਿੱਚ ਆਏਗਾ ਐਫ ਐਕਸ ਮਾਈਨਸ 1 ਜੀ ਐਕਸ। ਸੋ ਇੱਕ ਇੰਪੋਰਟੈਂਟ ਬਣਦਾ ਹੈ ਅਤੇ ਪੁੱਛਿਆ ਜਾ ਸਕਦਾ ਡਾਇਰੈਕਟ ਰਿਜ਼ਲਟ। ਨੈਕਸਟ ਹੈਗਾ ਲਿਮਿਟ ਐਕਸ ਟੈਂਡ ਟੂ ਏ। ਜੇ ਸਾਡੇ ਕੋਲ ਜੀ ਹੁਣ ਫੰਕਸ਼ਨ ਜਿਹੜਾ ਜੀ ਐਕਸ ਸੀਗਾ, ਹੁਣ ਐਕਸ ਦੀ ਜਗ੍ਹਾ ਫੰਕਸ਼ਨ ਉਹ ਕੀ ਪੁੱਟ ਕਰ ਦਿੱਤਾ, ਐਫ ਆਫ ਐਕਸ। ਠੀਕ ਹੈ, ਤਾਂ ਕੀ ਹੋਏਗਾ, ਜੀ ਐਜ਼ ਇਟ ਇਜ਼ ਬਾਹਰ ਰਹੇਗਾ। ਠੀਕ ਹੈ, ਐਂਡ ਲਿਮਿਟ ਐਕਸ ਟੈਂਡ ਟੂ ਏ ਐਫ ਐਕਸ ਹੋਏਗਾ, ਪ੍ਰੋਵਾਈਡਡ ਇਹ ਜੀ ਇਜ਼ ਕੰਟੀਨਿਊਸ ਫੰਕਸ਼ਨ ਹੋਣਾ ਚਾਹੀਦਾ ਉਸ ਲਿਮਿਟ ਐਕਸ ਟੈਂਡਸ ਟੂ ਏ 'ਤੇ। ਬਾਕੀ ਜਦੋਂ ਕੰਟੀਨਿਊਸ ਫੰਕਸ਼ਨ ਕਰਨੇ ਉਦੋਂ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਫੰਕਸ਼ਨ ਕੰਟੀਨਿਊਸ ਕਿਹੜੇ ਹੁੰਦੇ ਆ। ਫਿਲਹਾਲ ਇਹ ਕੁਛ ਥਿਊਰਮਸ ਹੈਗੀਆਂ। ਜੇ ਇੱਦੀ ਆਪਾਂ ਲੌਗ ਕਿਸੇ ਫੰਕਸ਼ਨ ਲੌਗ ਵਾਲੇ ਦਾ ਐਕਸ ਟੈਂਡਸ ਟੂ ਏ ਕਰੀਏ ਨਾ ਲਿਮਿਟ, ਦੈਨ ਲੌਗ ਬਾਹਰ ਆ ਜਾਏਗਾ, ਅੰਦਰ ਲਿਮਿਟ ਐਕਸ ਟੈਂਡ ਟੂ ਕੀ ਹੋ ਜਾਏਗੀ, ਏ ਪ੍ਰੋਵਾਈਡਡ ਇਹ ਹੈ ਕਿ ਗ੍ਰੇਟਰ ਦੈਨ ਕੀ ਹੋਣੀ ਚਾਹੀਦੀ ਹੈ, 0 ਹੋਣੀ ਚਾਹੀਦੀ ਹੈ। ਨੈਕਸਟ ਦੇਖਦੇ ਹਾਂ ਲਿਮਿਟ ਐਕਸ ਟੈਂਡ ਟੂ ਏ ਈ ਰੇਸ ਟੂ ਪਾਵਰ ਐਫ ਐਕਸ। ਇਹ ਕੀ ਹੈਗਾ, ਦੈਨ ਕੀ ਹੋਏਗਾ, ਲਿਮਿਟ ਐਕਸ ਟੈਂਡ ਟੂ ਏ ਐਫ ਐਕਸ ਹੋ ਜਾਏਗਾ। ਠੀਕ ਹੈ, ਈ ਰੇਸ ਟੂ ਪਾਵਰ ਚਲਾ ਜਾਏਗਾ ਲਿਮਿਟ, ਯਾਨੀ ਕਿ ਇਸ ਫੰਕਸ਼ਨ ਦੀ ਤੁਸੀਂ ਲਿਮਿਟ ਕਰ ਦੇਣੀ ਹੈ ਬਸ, ਮਤਲਬ ਲਿਮਿਟ ਫੰਕਸ਼ਨ ਦੀ ਹੋਏਗੀ, ਤੁਸੀਂ ਫੰਕਸ਼ਨ 'ਤੇ ਚੈੱਕ ਕਰਨੀ ਹੈ। ਜੇ ਐਫ ਐਕਸ ਲੈਸ ਦੈਨ ਇਕੁਅਲ ਟੂ ਹੈਗਾ ਜੀ ਐਕਸ, ਹਰ ਐਕਸ ਲਈ ਐਕਸਕਲੂਡਿੰਗ ਏ ਨੂੰ ਛੱਡ ਕੇ, ਦੈਨ ਲਿਮਿਟ ਐਫ ਐਕਸ ਵੀ ਜਿਹੜੀ ਹੋਏ ਉਸ ਐਕਸ ਟੈਂਡ ਟੂ ਏ 'ਤੇ ਫੰਕਸ਼ਨ ਵੀ ਲੈਸ ਦੈਨ ਇਕੁਅਲ ਟੂ ਹੋਏਗਾ ਉਸ ਲਿਮਿਟ 'ਤੇ ਉਸ ਫੰਕਸ਼ਨ ਨਾਲੋਂ। ਠੀਕ ਹੈ, ਜੇ ਮਤਲਬ ਫੰਕਸ਼ਨ ਇੱਕ ਦੂਜੇ ਤੋਂ ਲੈਸ ਹੈਗੇ, ਲਿਮਿਟ ਸੇਮ ਲਿਮਿਟ ਲਗਾਉਣ 'ਤੇ ਵੀ ਉਹ ਸੇਮ ਹੀ ਪ੍ਰੋਸੀਜਰ ਫੋਲੋ ਕਰਨਗੇ। ਇਹਦੀ ਇੱਕ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਕਿ ਜੇ ਕੋਈ ਸੈਂਟਰ 'ਚ ਫੰਕਸ਼ਨ ਆ ਉਹ ਗ੍ਰੇਟਰ ਦੈਨ ਇਕੁਅਲ ਟੂ ਹੈਗਾ ਐਫ ਐਕਸ ਐਂਡ ਲੈਸ ਦੈਨ ਇਕੁਅਲ ਟੂ ਹੈਗਾ ਐਚ ਐਕਸ ਫॉर ਐਵਰੀ ਐਕਸ ਐਕਸਕਲੂਡਿੰਗ ਏ, ਕਿਉਂਕਿ ਏ ਤਾਂ ਆਪਾਂ ਲਿਮਿਟ ਚੈੱਕ ਕਰਨੀ ਹੈ ਨਾ। ਅਤੇ ਮੰਨ ਲਓ ਜਿਹੜੀ ਲਿਮਿਟ ਐਕਸ ਟੈਂਡ ਟੂ ਏ ਐਫ ਐਕਸ ਹੈਗੀ ਐਲ ਅਤੇ ਐਚ, ਇਹ ਦੋਨਾਂ ਦੀ ਲਿਮਿਟ ਕੀ ਹੈ, ਲਿਮਿਟ ਐਕਸ ਟੈਂਡ ਟੂ ਏ ਅਤੇ ਐਚ ਐਲ ਆਂਸਰ ਆਉਂਦਾ, ਤਾਂ ਦੈਨ ਇਹਦੀ ਵੀ ਕੀ ਹੋਏਗੀ, ਐਲ ਹੀ ਹੋਏਗੀ। ਦੇਖੋ ਕਿੰਨਾ ਇੰਪੋਰਟੈਂਟ ਹੈ, ਡਾਇਰੈਕਟ ਕਈ ਵਾਰੀ ਨਾ ਕੁਐਸਚਨਸ 'ਚ ਪੁੱਟ ਹੋ ਜਾਂਦੀਆਂ ਇੱਦਾਂ ਦੀਆਂ ਚੀਜ਼ਾਂ। ਠੀਕ ਹੈ, ਉਹ ਕੁਐਸਚਨ 'ਚ ਡਾਇਰੈਕਟ ਦੇ ਦੇਗਾ, ਇੱਦਾਂ ਕੋਈ ਫੰਕਸ਼ਨ ਦੇ ਦੇਗਾ, ਉਹ ਤੁਹਾਨੂੰ ਇਹਦੀ ਵੀ ਲਿਮਿਟ ਦੱਸ ਦੇਗਾ, ਇਹਦੀ ਵੀ। ਠੀਕ ਹੈ, ਜਾਂ ਤੁਸੀਂ ਚੈੱਕ ਕਰ ਲੈਣਾ ਇਹਦੀ ਵੀ ਲਿਮਿਟ ਚੈੱਕ ਕਰਕੇ ਜੋ ਆਂਸਰ ਉਹਦਾ ਹੋਏਗਾ ਉਹੀ ਆਂਸਰ ਸੈਂਟਰ ਵਾਲੇ ਦਾ ਹੋਏਗਾ। ਨੈਕਸਟ ਹੈਗਾ ਲਿਮਿਟ ਐਕਸ ਟੈਂਡ ਟੂ ਏ ਮੋਡ ਆਫ ਐਫ ਐਕਸ, ਅਤੇ ਕੀ ਹੁੰਦਾ, ਅਸੀਂ ਲਿਮਿਟ ਨੂੰ ਅੰਦਰ ਲੈ ਜਾਵਾਂਗੇ ਇਹਦੇ ਬਿਲਕੁਲ। ਠੀਕ ਹੈ, ਮੋਡ 'ਚ ਚਲੇ ਜਾਏਗੀ। 12ਵਾਂ ਹੈਗਾ ਇਫ ਲਿਮਿਟ ਐਕਸ ਟੈਂਡ ਟੂ ਏ ਐਫ ਐਕਸ ਇਜ਼ ਇਕੁਅਲ ਟੂ ਪਲੱਸ ਇਨਫਿਨਿਟੀ ਔਰ ਮਾਈਨਸ ਇਨਫਿਨਿਟੀ, ਅਤੇ ਜਦੋਂ ਉਹਨੂੰ ਡਿਵਾਈਡ ਕਰੋਗੇ ਕੀ ਆ ਜਾਏਗਾ, 0। ਤੁਹਾਨੂੰ ਉਹਦਾ ਵੀ ਪਤਾ 1 ਇਨਫਿਨਿਟੀ ਕੀ ਹੁੰਦਾ, ਸਾਡੇ ਕੋਲ 0 ਹੀ ਹੁੰਦਾ। ਠੀਕ ਹੈ, ਨੈਕਸਟ ਹੈਗਾ ਆ ਲਿਮਿਟ ਐਕਸ ਟੈਂਡ ਟੂ ਏ ਐਮ ਐਕਸ ਪਲੱਸ ਸੀ। ਐਮ ਐਕਸ ਪਲੱਸ ਸੀ ਕੀਤਾ ਅਤੇ ਕੀ ਹੋ ਜਾਏਗਾ, ਐਕਸ ਦੀ ਜਗ੍ਹਾ ਲਿਮਿਟ ਪੁੱਟ ਹੋ ਜਾਏਗੀ ਏ ਐਮ ਏ ਪਲੱਸ ਕੀ ਹੋ ਜਾਏਗਾ ਸੀ। ਸੌਖੀਆਂ ਸੀ, ਕੁਛ ਔਖਾ ਨਹੀਂ ਸੀਗਾ। ਨੈਕਸਟ ਅਸੀਂ ਜਿਹੜਾ ਕੁਐਸਚਨ ਟਰਾਈ ਕਰਦੇ ਇੱਕ ਤੁਹਾਨੂੰ ਕਲੀਅਰ ਹੋ ਜਾਵੇ। ਜਿੱਦਾਂ ਹੁਣ ਇਹ ਫੰਕਸ਼ਨ ਇੱਕ ਅਲੱਗ ਉੱਪਰ ਵਾਲਾ ਐਫ ਐਕਸ ਫੰਕਸ਼ਨ ਆ, ਨੀਚੇ ਵਾਲਾ ਜੀ ਐਕਸ, ਅਤੇ ਇਹ ਕੋਈ ਲਿਮਿਟ ਦਿੱਤੀ ਤਾਂ ਆਪਾਂ ਪੜ੍ਹ ਕੇ ਆਏ ਸੀ, ਉੱਪਰ ਵਾਲੇ ਦੀ ਲਿਮਿਟ ਅਲੱਗ ਹੋ ਜਾਏਗੀ, ਨੀਚੇ ਵਾਲੇ ਨੂੰ ਅਸੀਂ ਅਲੱਗ ਸੋਲਵ ਕਰ ਲੈਣਾ। ਠੀਕ ਹੈ, ਸੋ ਇੱਥੇ ਉਹ ਪ੍ਰੋਪਰਟੀ ਲੱਗ ਗਈ। ਠੀਕ ਹੈ, ਸੋ ਬਾਕੀ ਸੋਲਵ ਤਾਂ ਉੱਦਾਂ ਹੀ ਕਰਨਾ, ਐਕਸ ਦੀ ਜਗ੍ਹਾ 0 ਪੁੱਟ ਕਰੋਗੇ, 0 ਪੁੱਟ ਕਰੋਗੇ, ਕੋਸ 0 ਕਿੰਨਾ ਹੁੰਦਾ 1, ਸਾਈਨ 0 ਕਿੰਨਾ ਹੁੰਦਾ 0। ਸੋ ਮਤਲਬ ਉੱਥੇ ਮੈਂ ਤੁਹਾਨੂੰ ਇਹ ਦੱਸਦੀ ਕਿ ਹੁਣ ਜੇ ਫੋਰ ਐਗਜ਼ਾਮਪਲ ਇਹੀ ਦੋਨੇ ਇੱਥੇ ਮਲਟੀਪਲਾਈ 'ਚ ਹੁੰਦੇ ਫਿਰ ਤੁਸੀਂ ਇਹਦੀ ਅਲੱਗ ਲਿਮਿਟ ਸੋਲਵ ਕਰਨੀ ਸੀਗੀ। ਠੀਕ ਹੈ, ਇਹਦੀ ਅਲੱਗ ਮਤਲਬ ਮਲਟੀਪਲਾਈ 'ਚ। ਠੀਕ ਹੈ, ਸੋ ਮਤਲਬ ਇਹ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਆ ਇਹ ਯੂਜ਼ ਹੋਣੀਆਂ ਹੈਗੀਆਂ, ਯੂਜ਼ ਹੋਣਗੀਆਂ। ਮਤਲਬ ਜਿੱਦਾਂ ਹੁਣ ਇਹ ਵਾਲੀ ਆਪਾਂ ਯੂਜ਼ ਕੀਤੀ ਆ ਪ੍ਰੋਪਰਟੀ, ਉੱਥੇ ਇਹ ਵਾਲੀ ਇਹਦੀ ਇਹ ਹੋ ਸਕਦਾ ਕੋਈ ਫੰਕਸ਼ਨ ਤੁਹਾਨੂੰ ਦੇ ਦੇਗਾ, ਉਹਦੀ ਪਾਵਰ ਦੇ ਦੇਗਾ, ਤੁਸੀਂ ਇਹਦੀ ਅਲੱਗ ਤੋਂ ਲਿਮਿਟ ਲਗਾਉਣੀ, ਅਲੱਗ ਤੋਂ ਸੋਲਵ ਕਰਨਾ। ਲੈਸ 1 ਪਲੱਸ ਕੋਸ ਐਕਸ ਹੈਗਾ ਨਾ, ਉਹਦੀ ਫੰਕਸ਼ਨ ਉੱਪਰ ਦਿੱਤਾ 1 ਪਲੱਸ ਸਾਈਨ ਐਕਸ, ਇਹਦਾ ਅਲੱਗ ਸੋਲਵ ਕਰੋਗੇ ਲਿਮਿਟ ਲਗਾ ਕੇ, ਇਹਦਾ ਅਲੱਗ। ਠੀਕ ਹੈ, ਇਹ ਤੁਹਾਨੂੰ ਲਿਮਿਟ ਇਹੀ ਦੱਸ ਰਹੀ ਹਾਂ ਕਿ ਇਹਨੂੰ ਸੋਲਵ ਕਿੱਦਾਂ ਕਰਨਾ ਹੈ। ਨੈਕਸਟ ਅਸੀਂ ਦੇਖਦੇ ਹਾਂ ਇੱਕ ਬਹੁਤ ਇੰਪੋਰਟੈਂਟ ਸੈਂਡਵਿਚ ਥਿਊਰਮ ਹੋਇਆ, ਜਿਹਨੂੰ ਸਕਿਊਜ਼ ਪਲੇ ਥਿਊਰਮ ਵੀ ਕਹਿੰਦੇ ਹਾਂ ਆਪਾਂ। ਇਹ ਸਿੰਪਲ ਕਹਿੰਦੀ ਹੈ ਇਹ ਵਾਲਾ ਜਿਹੜਾ ਫੰਕਸ਼ਨ ਜਿੱਦਾਂ ਸੈਂਟਰ ਦੇ ਵਿੱਚ ਜੀ ਐਕਸ ਆ ਅਤੇ ਇਹ ਐਫ ਐਕਸ ਐਚ ਐਕਸ ਦੇ
ਫੰਕਸ਼ਨ ਦੇ ਵਿਚਕਾਰ ਲਈ ਕਰਦਾ ਤੇ ਲਿਮਿਟ x ਟੈਂਡ ਟੂ ਐਫ ਐਕਸ ਐਲ ਹੈਗੀ ਹੈ ਤੇ ਇਹ ਵੀ ਐਲ ਹੈਗੀ ਹੈ ਤੇ ਜੀ ਵਾਲੀ ਵੀ ਕੀ ਹੋਏਗੀ ਐਲ। ਇਹ ਪ੍ਰੋਪਰਟੀ ਇੱਕ ਦੇ ਵਿੱਚ ਦੱਸਿਆ ਵੀ ਹੈ ਨਾ। ਇਹਨੂੰ ਕੁਝ ਗ੍ਰਾਫਿਕਲੀ ਵੀ ਰਿਪਰੈਜ਼ੈਂਟ ਕੀਤਾ ਹੋਇਆ ਇੱਦਾਂ ਦੇਖੋ, ਇਹ ਸਾਰੇ ਇੱਕ ਪੁਆਇੰਟ 'ਤੇ ਇੱਥੇ ਆ ਕੇ x ਇਕੁਅਲ ਟੂ ਇਹ 'ਤੇ ਮੀਟ ਕਰ ਗਏ। ਇਹ ਵਾਲੇ ਇਹ ਦੇਖੋ ਸੈਂਟਰ 'ਚ ਸੀਗਾ, ਇਹ ਫੰਕਸ਼ਨ ਉੱਪਰ ਸੀ ਤੇ ਇਹ ਤੇ ਇਹ ਲੈਟਸ ਸੇ ਦੀ ਇਹ ਅਲਫਾ 'ਤੇ ਚੈੱਕ ਕੀਤਾ, ਬੀਟਾ ਦੇ ਦੋਨਾਂ ਦੀ ਵੈਲਿਊ ਜੋ a ਤੇ ਪੁਆਇੰਟ 'ਤੇ ਸੇਮ ਆ ਗਈ ਤੇ ਇਹ ਵੀ ਫੰਕਸ਼ਨ ਉਸ ਪੁਆਇੰਟ 'ਤੇ ਹੀ ਹੋਏਗਾ। ਕਲੀਅਰ। ਇੱਕ ਸਮ ਦੇਖੋ ਤਾਂ ਤੁਹਾਨੂੰ ਹੋਰ ਕੀ ਹੋਏਗਾ, ਲਿਮਿਟ x ਟੈਂਡ ਟੂ ਇਨਫਿਨਿਟੀ ਗ੍ਰੇਟੈਸਟ ਮੋਡ x ਅਪੋਨ x ਜਿਹੜਾ ਇਹ ਹੈਗਾ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ। ਇੱਕ ਵਾਰੀ ਮੈਂ ਗ੍ਰੇਟੈਸਟ ਇੰਟੀਜ਼ਰ ਵਾਲੇ ਅਲੱਗ ਤੋਂ ਵੀ ਕਰਵਾਉਣੇ ਆ, ਬਟ ਤੁਹਾਨੂੰ ਇੰਨਾ ਤਾਂ ਪਤਾ ਨਾ ਗ੍ਰੇਟੈਸਟ ਇੰਟੀਜ਼ਰ ਜਿਹੜਾ ਉਹ ਲੈਸ ਦੈਨ ਇਕੁਅਲ ਟੂ x ਹੁੰਦਾ ਤੇ ਇੱਧਰ x ਮਾਈਨਸ 1 ਹੁੰਦਾ। ਮਤਲਬ ਜਦੋਂ ਇੱਥੇ ਲੈਂਦੇ ਤਾਂ ਆਪਾਂ x ਹੀ ਲੈਂਦੇ ਹਾਂ, ਜਿੱਦਾਂ 1.0 ਆਪਾਂ 1 ਹੀ ਲੈਂਦੇ ਹਾਂ, ਪਰ ਜਦੋਂ ਲੈਸ ਜਾਂਦੇ ਹਾਂ ਫਿਰ 1 ਚੋਂ 1 ਮਾਈਨਸ 0 ਲੈ ਲੈਂਦੇ ਹਾਂ। ਇੱਦਾਂ ਹੁੰਦਾ ਨਾ, ਮਤਲਬ ਜਦੋਂ ਰਾਈਟ ਹੈਂਡ ਜਾਂਦੇ ਹਾਂ, ਜਦੋਂ ਰਾਈਟ ਹੈਂਡ ਜਾਂਦੇ ਅਸੀਂ ਉਹੀ ਲੈਂਦੇ ਹਾਂ। ਲੈਟਸ ਸੇ 1 ਦਾ ਅਨ ਜਿੱਦਾਂ 1 ਤੇ ਮਤਲਬ ਜਿੱਦਾਂ x ਪਲੱਸ h ਹੈਗਾ ਹੈ ਨਾ, ਤੇ ਇੱਥੇ ਤਾਂ ਅਸੀਂ ਜਦੋਂ ਛੋਟੀ ਜਿਹੀ ਚੀਜ਼ ਐਡ ਹੁੰਦੀ ਹੈ 1 ਦੇ ਵਿੱਚ 1.111 ਕੁਛ ਆ ਗਿਆ ਤਾਂ ਰਾਈਟ ਹੈਂਡ ਸਾਈਡ ਤਾਂ 1 ਹੀ ਲੈਂਦੇ ਹਾਂ, ਬਟ ਜਦੋਂ ਆਪਾਂ ਮਾਈਨਸ ਕਰਦੇ ਹਾਂ ਅਸੀਂ ਕੀ ਲੈਂਦੇ ਹਾਂ 1 ਚੋਂ ਕੁਛ ਮਾਈਨਸ ਕਰਾਂਗੇ 0 ਪੁਆਇੰਟ ਸਮਥਿੰਗ ਆਏਗਾ ਤਾਂ ਅਸੀਂ 0 ਲੈਂਦੇ ਹਾਂ, ਮਤਲਬ 1 ਮਾਈਨਸ 1 0 ਹੋ ਗਿਆ। ਮਤਲਬ ਕੋਈ ਵੀ ਸੈਂਟਰ ਤੋਂ ਹੋਵੇ ਆਪਾਂ ਇਹਦੀ ਲਿਮਿਟ ਕਿੱਦੀਆਂ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਲਿਮਿਟਸ ਕਿੱਦਾਂ ਦੇਖਦੇ ਹੁੰਦੇ ਹਾਂ ਕਿ x ਇੱਧਰ ਨੂੰ ਜਾਵਾਂਗੇ ਰਾਈਟ ਤੇ ਇਹੀ ਰਹੇਗਾ, ਜਦੋਂ ਇੱਧਰ ਨੂੰ ਜਾਵਾਂਗੇ 1 ਘੱਟ ਜਾਏਗਾ। ਕਲੀਅਰ। ਮਤਲਬ ਰਾਈਟ ਹੈਂਡ ਸਾਈਡ ਤੇ ਉਨਾ ਹੀ ਰਹਿੰਦਾ ਹੈ, ਲੈਫਟ ਹੈਂਡ ਸਾਈਡ ਤੇ ਇੱਕ ਕੀ ਹੋ ਜਾਂਦਾ ਮਾਈਨਸ। ਇਹ ਤਾਂ ਸਾਨੂੰ ਬਹੁਤ ਸਾਰਿਆਂ ਨੂੰ ਪਤਾ ਹੋਏਗਾ, ਜਦੋਂ ਨਹੀਂ ਹੈ ਕੋਈ ਨਹੀਂ ਅੱਗੇ ਹੋਰ ਕਲੀਅਰ ਵੀ ਹੋ ਜਾਏਗਾ। ਸੋ ਆਪਾਂ ਕੀ ਕੀਤਾ, ਸਾਨੂੰ ਇਹਦੀ ਵੈਲਿਊ ਚਾਹੀਦੀ ਸੀ, ਅਸੀਂ ਸਾਰੇ ਨੂੰ ਡਿਵਾਈਡ ਕਰ ਦਿੱਤਾ x ਨਾਲ। ਸੋ ਇੱਥੇ ਤਾਂ ਆਨਸਰ 1 ਹੈਗਾ, ਇਹਦੇ ਤੇ ਮੈਂ ਚੈੱਕ ਕਰ ਲੈਣੀ ਲਿਮਿਟ ਕੀ x ਟੈਂਡ ਟੂ ਇਨਫਿਨਿਟੀ। ਸੋ x ਟੈਂਡ ਟੂ ਇਨਫਿਨਿਟੀ ਤੇ ਮੈਂ ਚੈੱਕ ਕੀਤਾ ਤੇ ਮੈਂ ਇੱਥੇ ਇਨਫਿਨਿਟੀ ਪੁੱਟ ਕਰਾਂਗੀ 1 ਮਾਈਨਸ 1 ਅਪੋਨ ਇਨਫਿਨਿਟੀ। 1 ਇਨਫਿਨਿਟੀ 0 ਹੁੰਦਾ, 1 ਮਾਈਨਸ 0 ਕਿੰਨਾ ਆ ਗਿਆ 1। ਸੋ ਇੱਥੇ ਵੀ ਆਨਸਰ 1 ਸੀ, ਇੱਥੇ ਵੀ 1। ਤੇ ਸਾਨੂੰ ਹੁਣ ਇਸ ਐਕਿਊਜ਼ ਪ੍ਰਿੰਸੀਪਲ ਨੇ ਕੀ ਕਿਹਾ, ਜੇ ਕੋਈ ਫੰਕਸ਼ਨ ਬਿਟਵੀਨ ਲਾਈ ਕਰਦਾ ਦੋ ਚੀਜ਼ਾਂ ਦੇ ਵਿਚਕਾਰ, ਜੇ ਇਹ ਆਨਸਰ ਸੇਮ ਆ ਇਹ ਆਨਸਰ ਸੇਮ ਆ ਤੇ ਇਹ ਵੀ ਕੀ ਹੋਏਗਾ ਸੇਮ ਹੋਏਗਾ। ਸੋ ਇਹਦਾ ਆਨਸਰ ਵੀ ਕਿੰਨਾ ਆ ਗਿਆ, ਉਸ ਲਿਮਿਟ ਤੇ ਕਿੰਨਾ ਆ ਜਾਏਗਾ 1 ਹੀ ਆ ਜਾਏਗਾ। ਸੋ ਇਹੀ ਤੁਹਾਡੇ ਕੋਲ ਇਹ ਵਾਲਾ ਐਕਿਊਜ਼ ਪ੍ਰਿੰਸੀਪਲ ਸੇਮ ਲਿਮਿਟ ਤੇ, ਠੀਕ ਹੈ। ਇੱਥੇ ਲਿਮਿਟ ਸਹੀ ਕਰ ਲੈਣਾ x ਟੈਂਡ ਟੂ ਇਨਫਿਨਿਟੀ ਦੇ। ਸੋ ਇੱਦਾਂ ਇਹ ਵਾਲੀਆਂ ਥਿਊਰਮਸ ਯੂਜ਼ ਹੁੰਦੀਆਂ, ਠੀਕ ਹੈ। ਸੋ ਇਹ ਕਰ ਲੈਣਾ, ਇੰਪੋਰਟੈਂਟ ਸੀ। ਜੇ ਵੀਡੀਓ ਪਸੰਦ ਹੈ ਲਾਈਕ ਐਂਡ ਕਮੈਂਟ ਜ਼ਰੂਰ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।